ਕਾਲ ਜੀ। ਮੈਂ ਹਾਂ ਅਵਿਨਾਸ਼ ਕੰਬੋਜ ਤੇ ਤੁਸੀਂ ਦੇਖ ਰਹੇ ਹੋ ਇੰਡੀਆ ਨਿਊਜ਼। ਇੰਡੀਆ ਨਿਊਜ਼ ਦੀ ਸਿਟੀ ਡਿਬੇਟ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਅੱਜ ਦੀ ਡਿਬੇਟ ਦੇ ਵਿੱਚ ਜਿਹੜਾ ਮੁੱਦਾ ਹੈ ਕਿਸਾਨਾਂ ਨਾਲ ਜੁੜਿਆ ਹੈ, ਕਿਉਂਕਿ ਯੂਪੀ ਦੇ ਵਿੱਚ 8 ਕਿਸਾਨਾਂ ਦੇ ਉੱਪਰ ਜਿਹੜੀ ਗੱਡੀ ਚੜਾ ਕੇ ਜਿਹੜਾ ਹੈ ਸਾਫ਼ ਤੌਰ ਤੇ ਯੂਪੀ ਸਰਕਾਰ ਦੇ ਵੱਲੋਂ ਜਿਹੜਾ ਹੈ ਉਹਨਾਂ ਦੇ 8 ਜਿਹੜੇ ਕਿਸਾਨ ਹੈ ਉਹਨਾਂ ਦੀ ਮੌਤ ਹੋ ਜਾਂਦੀ ਹੈ। ਇਸ ਨੂੰ ਲੈ ਕੇ ਪੂਰੇ ਭਾਰਤ ਦੇਸ਼ ਦੇ ਵਿੱਚ ਜਿਹੜਾ ਕਿਸਾਨ ਜਥੇਬੰਦੀਆਂ ਵੱਲੋਂ ਅੱਜ ਧਰਨੇ ਪ੍ਰਦਰਸ਼ਨਾਂ ਜ਼ੋਰ ਦੇਖਣ ਨੂੰ ਮਿਲਿਆ। ਤੇ ਦੂਜੇ ਪਾਸੇ ਗੱਲ ਕਰੀਏ ਤਾਂ ਹੁਣ ਜਿਹੜੀ ਗੱਲ ਸਾਹਮਣੇ ਨਿਕਲ ਕੇ ਆ ਰਹੀ ਹੈ ਕਿ ਯੂਪੀ ਸਰਕਾਰ ਵੱਲੋਂ ਜਿਹੜੇ ਮ੍ਰਿਤਕ ਕਿਸਾਨ ਆ ਉਹਨਾਂ ਨੂੰ 45 ਲੱਖ ਰੁਪਇਆ ਇੱਕ ਸਰਕਾਰੀ ਨੌਕਰੀ ਘਰ ਦੇ ਪਰਿਵਾਰ ਨੂੰ ਤੇ ਜ਼ਖਮੀਆਂ ਨੂੰ 10-10 ਲੱਖ ਦਾ ਜਿਹੜਾ ਮੁਆਵਜ਼ਾ ਹੈ। ਵਿਸ਼ੇਸ਼ ਮੁੱਦੇ ਦੇ ਉੱਪਰ ਡਿਬੇਟ ਕਰਨ ਲਈ ਅੱਜ ਸਾਡੇ ਮੁੱਦੇ ਦੇ ਜੁੜੇ ਚਰਚਾ ਕਰਨ ਦੇ ਲਈ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਆਗੂ ਗੁਰਧਿਆਨ ਜੀ ਜੁੜੇ ਹਨ। ਗੁਰਧਿਆਨ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਦੂਜੇ ਪਾਸੇ ਕਾਂਗਰਸ ਪਾਰਟੀ ਦੇ ਜਿਹੜੇ ਬੁਲਾ ਰਹੇ ਹੈ ਅੰਮ੍ਰਿਤ ਗਿੱਲ ਜੀ ਸਾਡੇ ਨਾਲ ਜੁੜੇ। ਅੰਮ੍ਰਿਤ ਗਿੱਲ ਜੀ, ਤੁਹਾਡਾ ਵੀ ਬਹੁਤ ਬਹੁਤ ਸਵਾਗਤ ਹੈ। ਤੀਜੇ ਪਾਸੇ ਆਮ ਆਦਮੀ ਪਾਰਟੀ ਦੇ ਜਿਹੜੇ ਸਪੋਕਸ ਪਰਸਨ ਹੈ ਮੇਜਰ ਆਰਪੀਐਸ ਮਲਹੋਤਰਾ ਜੁੜੇ। ਆਰਪੀਐਸ ਮਲਹੋਤਰਾ ਜੀ, ਤੁਹਾਡਾ ਵੀ ਬਹੁਤ ਬਹੁਤ ਸਵਾਗਤ ਹੈ। ਚੌਥੇ ਪਾਸੇ ਅਕਾਲੀ ਦਲ ਦੇ ਜਿਹੜੇ ਬੁਲਾ ਰਹੇ ਆ ਮਨਜੀਤ ਸਿੰਘ ਜਿਹੜਾ ਕਿ ਮੋਗਾ ਤੋਂ ਜੁੜੇ ਹੋਏ ਆ। ਮਨਜੀਤ ਸਿੰਘ ਜੀ, ਤੁਹਾਡਾ ਵੀ ਬਹੁਤ ਬਹੁਤ ਸਵਾਗਤ ਹੈ। ਡਿਬੇਟ ਨੂੰ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲਾਂ ਮੇਰਾ ਥੈਂਕ ਯੂ ਜੀ, ਥੈਂਕ ਯੂ। ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਜਿਹੜੇ ਆਗੂ ਹੈ ਗੁਰਧਿਆਨ ਜੀ ਦੇ ਨਾਲ ਹੈ। ਗੁਰਧਿਆਨ ਜੀ, ਕਿਤੇ ਨਾ ਕਿਤੇ ਯੂਪੀ ਸਰਕਾਰ ਵੱਲੋਂ ਜਿਹੜਾ ਫਰਮਾਨ ਜਾਰੀ ਹੋਇਆ ਤੁਹਾਨੂੰ ਵੀ ਪਤਾ ਲੱਗ ਗਿਆ ਹੋਵੇਗਾ, 45 ਲੱਖ ਦਾ ਮੁਆਵਜ਼ਾ ਮ੍ਰਿਤਕ ਨੂੰ ਤੇ ਇੱਕ ਸਰਕਾਰੀ ਨੌਕਰੀ 10-10 ਲੱਖ ਦਾ ਜਿਹੜਾ ਮੁਆਵਜ਼ਾ ਜਿਹੜੇ ਜ਼ਖਮੀ ਹੋਏ ਨੇ। ਅੱਗੇ ਹੁਣ ਕੀ ਰਣਨੀਤੀ ਹੈ ਕਿਸਾਨਾਂ ਦੀ? ਬਨਾਸ ਜੀ, ਪਹਿਲਾਂ ਤਾਂ ਇੰਡੀਆ ਨਿਊਜ਼ ਪੈਨਲ ਨੂੰ ਤੇ ਜਿਹੜੇ ਦਰਸ਼ਕਾਂ ਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਅਵਨਾਸ਼ ਜੀ, ਦੇਖੋ ਜਿਹੜਾ ਬੀਜੇਪੀ ਦਾ ਚਿਹਰਾ ਤਾਂ ਨੰਗਾ ਚਿੱਟਾ ਉਹ ਸਾਹਮਣੇ ਆ ਗਿਆ, ਕਿਉਂਕਿ ਕਿਸਾਨ ਇੱਕ ਅੰਨਦਾਤਾ ਉਹ ਆਪਣੇ ਜਿਹੜੇ ਹੱਕਾਂ ਦੀ ਲੜਾਈ ਆ ਬਹੁਤ ਸ਼ਾਂਤਮਈ ਤਰੀਕੇ ਤੋਂ ਅਲੱਗ-ਅਲੱਗ ਜਗ੍ਹਾ ਚਾਹੇ ਦਿੱਲੀ ਦੇ ਬਾਰਡਰਾਂ ਤੇ ਜਾਂ ਕਿਧਰੇ ਵੀ ਸ਼ਹਿਰਾਂ ਜਿੱਥੇ ਵੀ ਧਰਨੇ ਮੁਜ਼ਾਹਰੇ ਹੁੰਦੇ ਨੇ ਉਹ ਕਰ ਰਹੇ ਨੇ। ਦੂਜੇ ਪਾਸੇ ਆਪਾਂ ਕਹਿ ਸਕਦੇ ਜਿਹੜੀ ਬੀਜੇਪੀ ਸਰਕਾਰ ਆ ਇੱਕ ਗੁੰਡਿਆਂ ਦੀ ਸਰਕਾਰ ਆ। ਜਿਵੇਂ ਹੁਣ ਲਖਵੀਰਪੁਰ ਚ ਜਿਹੜੀ ਘਟਨਾ ਹੋਈ ਆ, ਸਿੱਧੀਆਂ ਗੋਲੀਆਂ ਮਾਰਨੀਆਂ ਜਾਂ ਗੱਡੀਆਂ ਚੜਾਉਣੀਆਂ, ਕਿ ਆ ਇਨਸਾਨੀਅਤ ਕੀ ਇਹ? ਸੋ ਕਿਤੇ ਨਾ ਕਿਤੇ ਜਿਹੜਾ ਬੀਜੇਪੀ ਸਰਕਾਰ ਦੇ ਵਿੱਚ ਜਿੰਨੇ, ਮੈਂ ਤਾਂ ਇੱਕ ਗੱਲ ਆ ਕਹਿਣਾ ਵੀ ਇਹ ਸਾਰੀ ਗੁੰਡਾ ਪਾਰਟੀ ਉਹ ਭਰਤੀ ਕਰੀ ਗਈ ਆ। ਜੇ 45 ਲੱਖ ਦੇ ਤੇ ਆ ਜਾਂ 10-10 ਲੱਖ, ਕਿਤੇ ਉਹ ਜਾਨਾਂ ਨਾਲੋਂ ਮਤਲਬ ਪੈਸਾ ਜ਼ਿਆਦਾ ਵੱਡਾ ਚੀਜ਼ ਨਹੀਂ ਹੈਗਾ। ਗੱਲ ਇੱਕ ਪਾਸੇ ਆਪਾਂ ਕਿੰਨਾ ਇਹਨਾਂ ਨੂੰ ਮਤਲਬ ਜਿਹੜੀ ਬੀਜੇਪੀ ਸਰਕਾਰ ਆਪਣੇ ਮੰਤਰੀਆਂ ਨੂੰ ਬਚਾਉਣ ਵਾਸਤੇ, ਸਿੱਧੀ ਜੀ ਗੱਲ ਆਪਣੇ ਕਾਰਪੋਰੇਟ ਘਰਾਣਿਆਂ ਨੂੰ ਜਾਂ ਆਪਣੇ ਕਾਰਕੁਨਾਂ ਨੂੰ ਬਚਾਉਣ ਵਾਸਤੇ ਪੈਸਾ ਇਹਨਾਂ ਨੇ ਮੁੱਖ ਰੱਖ ਲਿਆ। ਪੈਸਾ ਚਲੋ ਜ਼ਰੂਰੀ ਚੀਜ਼ਾਂ ਮਤਲਬ ਹੋਵਾ, ਪਰ ਪੈਸੇ ਨਾਲ ਜ਼ਿੰਦਗੀ ਨਹੀਂ ਹੈਗੀ। ਸੋ ਕਿਤੇ ਨਾ ਕਿਤੇ ਜਿਹੜੀ ਇਹਦੇ ਬਿਨਾਂ ਵੀ ਜਿਹੜੀ ਉਹਦੇ ਪਰ ਕਾਨੂੰਨੀ ਕਾਰਵਾਈ ਬਣਦੀ ਆ, ਜਿਵੇਂ ਹੁਣ ਸਾਡੀ ਡਿਮਾਂਡ ਆ, ਜਿਵੇਂ ਸੰਯੁਕਤ ਮੋਰਚੇ ਵੱਲੋਂ ਜਾਂ ਮੈਂ ਆਮ ਨਾਗਰਿਕ ਆ, ਜਿਹੜੀ ਉਹਨੇ ਇੰਨੀ ਮਾੜੀ ਘਟਨਾ ਕਰੀ ਆ, ਉਹ ਕੇਂਦਰੀ ਮੰਤਰੀ ਜਿਹੜਾ ਬੇਟਾ ਆ ਉਹਨੂੰ ਫਾਂਸੀ ਦੀ ਸਜ਼ਾ ਚਾਹੀਦੀ ਆ। ਮਤਲਬ ਕਿ ਪੈਸਾ ਕਿਤੇ ਜ਼ਿੰਦਗੀ ਤੋਂ ਉੱਪਰ ਆ। ਜਿਹੜੀ ਪੈਸੇ ਚਲੋ ਮਦਦ, ਮਾਲੀ ਮਦਦ ਸਰਕਾਰਾਂ ਉਹ ਕਰਦੀਆਂ ਹੁੰਦੀਆਂ ਨੇ, ਉਹ ਜ਼ਰੂਰੀ ਵੀ ਆ, ਪਰ ਦੂਜੇ ਪਾਸੇ ਨਾਲ ਦੀ ਨਾਲ ਜਿਵੇਂ ਕੇਂਦਰੀ ਮੰਤਰੀ ਨੂੰ ਅਸਤੀਫਾ ਜਾਂ ਬਣਦੀ ਸਜ਼ਾ ਉਹਨੂੰ ਵੀ, ਤੇ ਦੂਜੇ ਪਾਸੇ ਜਿਹੜਾ ਕੇਂਦਰੀ ਮੰਤਰੀ ਦਾ ਬੇਟਾ ਆ ਜਾਂ ਉਹਦੇ ਨਾਲ ਜਿੰਨੇ ਵੀ ਲੋਕ ਤੇ 3 ਗੱਡੀਆਂ ਦੇ ਵਿੱਚ ਉਹਨਾਂ ਪਰ ਸਾਰਿਆਂ ਪਾ ਫਾਂਸੀ ਦੀ ਸਜ਼ਾ ਜਾਂ ਕੋਈ ਇਹੋ ਜਿਹਾ ਉਹਨੂੰ ਵੀ ਕਰਨਾ ਚਾਹੀਦਾ। ਪਤਾ ਲੱਗੇ ਵੀ ਭਾਈ ਕਿਸੇ ਨੂੰ ਮਾਰਨਾ ਜਾਂ ਕਿਸੇ ਦੇ ਅਤਿਆਚਾਰ ਕਰਨਾ ਕਿੰਨਾ ਕੁ ਹੋਆ। ਜੇ ਤਾਂ ਕੋਈ ਆਮ ਬੰਦਾ ਅਤਿਆਚਾਰ ਕਰਦਾ ਉਹਦੇ ਵਾਸਤੇ ਕਾਨੂੰਨ ਹੈਗਾ, ਪਰ ਜੇ ਕੋਈ ਜਿਹੜਾ ਮਤਲਬ ਸਰਕਾਰਾਂ ਦੇ ਵਿੱਚ ਕਿਸੇ ਨਾਲ ਧੱਕਾ ਕਰਦੇ ਨੇ ਜਾਂ ਮਾੜੇ ਕੰਮ ਕਰਦੀਆਂ ਨੇ ਜਾਂ ਅਤਿਆਚਾਰ ਕਰਦੇ ਨੇ, ਤਾਂ ਕਾਨੂੰਨ ਦੀ ਵਿਵਸਥਾ ਕੀ ਕਹਿ ਰਹੀ ਅੱਜ? ਮਤਲਬ ਵੀ ਭਾਰਤ ਦੇ ਵਿੱਚ ਇਹੋ ਜਿਹਾ ਮਾਹੌਲ ਚੱਲ ਗਿਆ ਤਾਂ ਮਤਲਬ ਮਾਹੌਲ ਖਰਾਬ ਕਰਨ ਵਾਲਾ ਕੰਮ ਆ। ਜਿਹੜੇ 80% ਲੋਕ ਨੇ, ਮਿਹਨਤੀ ਨੇ, ਕਿਰਤੀ ਨੇ, ਵਿਚਾਰੇ ਆਪਣੇ ਹੱਕਾਂ ਦੀ ਕਮਾਈ ਵਿੱਚ ਲੜਦਾ। ਇਹਦਾ ਮਤਲਬ ਤਾਂ ਆ ਵੀ ਕੋਈ ਆਪਣੇ ਧਰਨੇ ਮੁਜ਼ਾਹਰੇ ਨਾ ਕਰੇ, ਆਪਣੇ ਹੱਕ ਨਾ ਮੰਗੇ। ਜਿਵੇਂ ਸਰਕਾਰਾਂ ਚਲਾਉਣੀਆਂ ਚਾਹੁੰਦੇ ਨੇ, ਜਿਵੇਂ ਬੀਜੇਪੀ ਦਾ ਮੋਦੀ ਸਾਹਿਬ ਦਾ ਫਰਮਾਨ ਆ ਵੀ ਉਹਨਾਂ ਤੇ ਹੇਠ ਲੋਕ ਦੱਬ ਕੇ ਚੱਲਣਾ, ਇਹ ਤਾਂ ਉਹ ਪੁਰਾਣੇ ਰਾਜਾਂ ਵਾਲਾ ਟਾਈਮ ਆ ਗਿਆ ਵੀ ਜੇ ਬੋਲੂਗਾ ਤਾਂ ਮਤਲਬ ਕਿ ਆਪਣੇ ਹੱਕ ਮੰਗਣ ਵੀ ਗੁਨਾਹ ਇਹਨਾਂ ਦੀ ਸਰਕਾਰਾਂ ਦੇ ਵਿੱਚ। ਤਾਂ ਕਿਤੇ ਅਵਨਾਸ਼ ਜੀ, ਆਹ ਇੱਕ ਬਹੁਤ ਮੰਦਭਾਗੀ ਘਟਨਾ, ਬਹੁਤ ਮਾੜੀ ਘਟਨਾ ਆ। ਜਿਵੇਂ ਕਹਿੰਦੇ ਨੇ ਭਾਰਤ ਦਾ ਜਿਹੜਾ ਉਹ ਭਾਰਤੀ ਅਰਥ ਵਿਵਸਥਾ ਨੂੰ ਖਰਾਬ ਕਰ ਰਹੇ ਨੇ, ਭਾਰਤ ਦਾ ਮਾਹੌਲ ਖਰਾਬ ਕਰ ਰਹੀ ਬੀਜੇਪੀ ਸਰਕਾਰ। ਬਿਲਕੁਲ ਬਿਲਕੁਲ। ਚਲੋ, ਕਾਂਗਰਸ ਪਾਰਟੀ ਦੇ ਬੁਲਾਰੇ ਅੰਮ੍ਰਿਤ ਗਿੱਲ ਸਾਡੇ ਨਾਲ ਜੁੜੇ ਹੈ। ਅੰਮ੍ਰਿਤ ਗਿੱਲ ਜੀ, ਕਿਤੇ ਨਾ ਕਿਤੇ ਤੁਸੀਂ ਵੀ ਸੁਣਿਆ ਗੁਰਧਿਆਨ ਜੀ ਨੇ ਕਿਹਾ ਕਿਸਾਨ ਸੰਤੁਸ਼ਟ ਨਹੀਂ ਹੈ। ਇਹਨਾਂ ਦਾ ਸਾਫ਼ ਤੌਰ ਤੇ ਕਹਿਣਾ ਹੈ ਕਿ ਫਾਂਸੀ ਦੀ ਸਜ਼ਾ ਵੀ ਹੋਣੀ ਚਾਹੀਦੀ। ਜਿੰਨੇ ਵੀ ਬੰਦੇ ਗੱਡੀ 'ਚ ਸੀ ਜਿਨ੍ਹਾਂ ਵੱਲੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ, ਉਹਨਾਂ ਸਾਰਿਆਂ ਨੂੰ ਫਾਂਸੀ ਸਜ਼ਾ ਹੋਣੀ ਚਾਹੀਦੀ ਤੇ ਮੰਤਰੀ ਨੂੰ ਅਸਤੀਫਾ ਦੇਣਾ ਚਾਹੀਦਾ ਹੈ। ਦੇਖੋ, ਇਸ ਤੋਂ ਮੰਦਭਾਗੀ ਘਟਨਾ ਤਾਂ ਹੋ ਹੀ ਨਹੀਂ ਸਕਦੀ ਹੈਗੀ ਵੀ ਸ਼ਾਂਤਮਈ ਅੰਦੋਲਨ ਕਰਦੇ ਕਿਸਾਨਾਂ ਦੇ ਉੱਤੇ ਇੱਕ ਹੰਕਾਰੀ ਮਿਨਿਸਟਰ ਆਫ ਸਟੇਟ ਦੇ ਬੇਟੇ ਨੇ ਗੱਡੀਆਂ ਚੜਾ ਦਿੱਤੀਆਂ
ਚਲਾਈਆਂ ਤੇ ਗੋਲੀਬਾਰੀ ਮਾਰੀ, ਜਿਹਦੇ ਨਾਲ ਕਿੰਨੇ ਹੀ ਕਿਸਾਨ ਆਪਦੀ ਜਾਨ ਤੋਂ ਹੱਥ ਧੋ ਬੈਠੇ। ਔਰ ਮੈਂ ਇਹ ਪੁੱਛਣਾ ਚਾਹੁੰਦੀ ਆ ਸਰਕਾਰਾਂ ਤੋਂ, ਕੀ ਕਿਸੇ ਦੀ ਜਾਨ ਦੀ ਕੀਮਤ ਪੈਸਾ ਜਾਂ ਸਰਕਾਰੀ ਨੌਕਰੀ ਹੋ ਸਕਦੀ ਹੈ? ਉਸ ਪਰਿਵਾਰ ਦੇ ਜਿਹੜੇ ਮਾਂ ਨੇ ਆਪਦੇ ਪੁੱਤ ਖੋਤਾ, ਜਿਹੜੀ ਵਾਈਫ ਦਾ ਹਸਬੈਂਡ ਚਲਿਆ ਗਿਆ, ਜਿਹੜੇ ਜਵਾਕਾਂ ਦੇ ਸਿਰ ਤੋਂ ਉਹਨਾਂ ਦੇ ਪਿਓ ਦਾ ਸਾਇਆ ਖੋਇਆ ਗਿਆ, ਕੀ ਇਹ ਉਹ ਚੀਜ਼ਾਂ ਨੂੰ ਵਾਪਸ ਦੇ ਸਕਦੇ ਨੇ? ਆਪਾਂ ਅੱਜ ਦੇ ਸਮੇਂ ਵਿੱਚ ਕਹਿੰਦੇ ਆ ਵੀ ਫਾਈਨੈਂਸ਼ੀਅਲੀ ਸਪੋਰਟ ਕਰ ਦਾਂਗੇ, ਕੀ ਫਾਈਨੈਂਸ਼ੀਅਲੀ ਸਪੋਰਟ ਉਹ ਇਮੋਸ਼ਨਲੀ ਕਨੈਕਟ ਨਾਲੋਂ ਜ਼ਿਆਦਾ ਵੱਡੀ ਹੈ? ਔਰ ਇਹਦੇ ਵਿੱਚ ਦੂਜੇ ਪਾਸੇ ਵੀ ਜਿਹੜੇ ਹੰਕਾਰੀ ਮੰਤਰੀ ਦੇ ਹੰਕਾਰੀ ਬੇਟੇ ਨੇ ਆ ਸਾਰਾ ਕੁਝ ਕਾਂਡ ਕੀਤਾ, ਉਹਦੀ ਸਜ਼ਾ ਉਹਨੂੰ ਕੀ ਸਜ਼ਾ ਦੇਗੀ? ਕੀ ਸਜ਼ਾ ਪੈਸੇ ਨਾਲ ਕੰਪਨਸੇਟ ਕੀਤੀ ਜਾਏਗੀ? ਉਹਦੇ ਤੇ 302 ਦਾ ਮੁਕੱਦਮਾ, 302 ਧਾਰਾ ਲੱਗ ਕੇ ਉਹਨੂੰ ਸਜ਼ਾ ਮਿਲਣੀ ਚਾਹੀਦੀ ਹੈ, ਤਾਂ ਜੋ ਅੱਗੇ ਤੋਂ ਜਿਹੜੇ ਸਰਕਾਰ ਦੇ ਵਿੱਚ ਹੈਗੇ ਨੇ ਪਾਵਰਫੁਲ, ਆਪਣੇ ਆਪ ਨੂੰ ਕਹਿੰਦੇ ਨੇ ਜੀ ਅਸੀਂ ਮੰਤਰੀ ਆ, ਅਸੀਂ ਐ ਆ, ਤੇ ਉਹਨਾਂ ਦੇ ਜਵਾਕਾਂ ਨੂੰ ਇਹ ਲੈਸਨ ਮਿਲ ਸਕੇ ਕਿ ਹੰਕਾਰ ਦੇ ਵਿੱਚ ਜੇ ਅਸੀਂ ਕਰਦੇ ਆ, ਭਾਵੇਂ ਸਾਡੇ ਬਾਪੂ ਉੱਤੇ ਬੈਠੇ ਨੇ, ਪਾਵਰ ਹੈ, ਪਰ ਸਾਨੂੰ ਕੋਈ ਬਚਾਊਗਾ ਨਹੀਂ। ਭਾਵੇਂ ਅਸੀਂ ਸਾਡਾ ਪੈਸਾ ਵੀ ਹੈ, ਕਿਉਂਕਿ ਪੈਸੇ ਦੇ ਸਿਰ ਤੇ ਨਾ ਸਾਰਿਆਂ ਨੂੰ ਐ ਲੱਗਦਾ ਵੀ ਜੇ ਕੁਝ ਹੋ ਵੀ ਗਿਆ ਤਾਂ ਕੋਈ ਨਹੀਂ, ਪੈਸੇ ਦੇ ਸਹਾਰੇ ਨਿਕਲ ਜਾਣਗੇ। ਤਾਂ ਇਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ, ਕੜੀ ਤੋਂ ਕੜੀ ਸਜ਼ਾ ਮਿਲਣੀ ਚਾਹੀਦੀ ਆ ਕਿ ਇੰਨੇ ਸ਼ਾਂਤਮਈ ਬੈਠੇ ਕਿਸਾਨਾਂ ਦੇ ਉੱਤੇ ਇਹਨਾਂ ਨੇ ਗੱਡੀਆਂ ਚੜਾਈਆਂ, ਇੰਨਾ ਮਾੜਾ ਕੀਤਾ ਵੀ ਦਿਲ ਨੂੰ ਵਲੂੰਦਰ ਕੇ ਰੱਖਤਾ, ਵੀ ਸੁਣ ਕੇ ਹੀ ਇੰਨਾ ਅਫਸੋਸ ਤੇ ਤਕਲੀਫ ਸੀਗੀ ਸਾਰਿਆਂ ਨੂੰ। ਬਿਲਕੁਲ ਬਿਲकुल, मैं दोबारा आऊंगा। अमृत गिल जी, मेजर RPS मल्होत्रा आम आदमी पार्टी के बुलारे साडे नाल जुड़े हैं। मेजर साहब, गल करिए किते ना किते तुसीं पूरा बयान सुनिया है ਜਿਹੜਾ ਜਾਰੀ ਹੋਇਆ ਨਵਾਂ 45 ਲੱਖ ਦਾ ਜਿਹੜਾ ਮੁਆਵਜ਼ਾ, ਜਿਹੜੇ ਕਿ ਕਿਸਾਨ ਦੀ ਮ੍ਰਿਤੂ ਹੋ ਗਈ, ਜਿਹੜੇ ਜ਼ਖਮੀ ਉਹਨਾਂ ਨੂੰ 10-10 ਲੱਖ ਦਾ, ਤੇ ਜਾਂਚ ਕਰਾਂਗੇ। ਲੱਗਦਾ ਵੀ ਜਾਂਚ ਦੇ ਵਿੱਚ ਅਸਲੀ ਦੋਸ਼ੀਆਂ ਨੂੰ ਜਿਹੜੀ ਹੈ ਸਜ਼ਾ ਹੋ ਪਾਊਗੀ। ਅਵਿਨਾਸ਼ ਜੀ, ਦੇਖੋ ਇਹ ਤਾਂ ਹੁਣ ਤੱਕ ਸਾਰੇ ਦੇਸ਼ ਨੂੰ ਸਪਸ਼ਟ ਹੈ ਕਿ ਸਾਡੇ ਕਿਸਾਨ ਵੀਰਾਂ ਵੱਲੋਂ ਜਿਹੜਾ ਪਿਛਲੇ 1.25 ਸਾਲ ਤੋਂ ਸ਼ਾਂਤਮਈ ਅੰਦੋਲਨ ਕੀਤਾ ਜਾ ਰਿਹਾ ਹੈ, ਇਹ ਸਾਰੀ ਦੁਨੀਆ ਦੇ ਲਈ ਮਿਸਾਲ ਹੈਗਾ। ਔਰ ਇਸ ਦੀ ਸਫਲਤਾ ਨੂੰ ਦੇਖਦੇ ਹੋਏ ਭਾਜਪਾ ਦੇ ਜਿਹੜੇ ਗੁੰਡੇ ਹੈਗੇ ਆ, ਉਹਨਾਂ ਦੀ ਫਰਸਟ੍ਰੇਸ਼ਨ ਜਿਹੜੀ ਹੈ ਸਾਰੇ ਹੱਦ ਬੰਨੇ ਟੱਪ ਗਈ ਹੈ। ਤੁਸੀਂ ਦੇਖੋ ਕਿ ਪਿਛਲੇ 1.25 ਸਾਲ ਦੇ ਦੌਰਾਨ ਜਿਹੜੀ ਵੀ ਹਿੰਸਾ ਹੋਈ ਹੈ ਉਹ ਸਰਕਾਰ ਵੱਲੋਂ ਹੀ ਹੋਈ ਹੈ, ਕਿਸਾਨਾਂ ਵੱਲੋਂ ਨਹੀਂ ਹੋਈ। ਚਾਹੇ ਉਹ ਆਪਾਂ 26 ਨਵੰਬਰ ਦੀ ਗੱਲ ਕਰ ਲਈਏ, ਚਾਹੇ 26 ਜਨਵਰੀ ਦੀ ਗੱਲ ਕਰ ਲਈਏ, ਚਾਹੇ ਉਹ ਉੱਥੇ ਕਿੱਲਾ ਲਾਉਣ ਦੀ ਗੱਲ ਕਰ ਲਈਏ, ਜਾਂ ਉੱਥੇ ਪਥਰਾਓ ਕਰਨ ਦੀ ਗੱਲ ਕਰ ਲਈਏ, ਜਾਂ ਕਰਨਾਲ ਦੇ SDM ਦਾ ਆਰਡਰ ਲੈ ਲਈਏ, ਤੇ ਹੁਣ ਜਿਹੜੀ ਇਹ ਘਟਨਾ ਹੋਈ ਹੈ ਲਖੀਮਪੁਰ ਵਿੱਚ ਇਹ ਲੈ ਲਈਏ, ਇਹ ਸਾਰੀ ਯਾਨੀ ਕਿ ਸਰਕਾਰੀ ਪੱਖ ਵੱਲੋਂ ਹੀ ਆਈ ਹੈ। ਕਹਿਣ ਦਾ ਭਾਵ ਹੈ ਵੀ ਬੁਖਲਾਹਟ ਹੋ ਗਈ ਹੈ, ਹੁਣ ਪੂਰੀ ਤਰ੍ਹਾਂ ਬੁਖਲਾਹਟ ਹੈ, ਪੂਰੇ ਬੁਖਲਾਏ ਹੋਏ ਆ, ਪੂਰੀ ਤਰ੍ਹਾਂ ਬੁਖਲਾਹਟ ਹੈਗੀ ਹੈ। ਔਰ ਇਹ ਹੁਣ ਕਿਸੇ ਵੀ ਤਰੀਕੇ ਨਾਲ ਜਿਹੜੀ ਹੈ ਹੋਰ ਪ੍ਰੋਬਲਮ ਕ੍ਰੀਏਟ ਕਰਕੇ, ਲਾਅ ਐਂਡ ਆਰਡਰ ਦੀ ਪ੍ਰੋਬਲਮ ਸ਼ੋ ਕਰਕੇ ਕਿਸੇ ਤਰੀਕੇ ਨਾਲ ਇਸ ਨੂੰ ਜਿਹੜਾ ਡਿਸਪਰਸ ਕਰਨਾ ਚਾਹੁੰਦੇ ਹੈਗੇ ਆ, ਜਿਹੜਾ ਕਿ ਬਹੁਤ ਹੀ ਨਿੰਦਣਯੋਗ ਗੱਲ ਹੈਗੀ ਹੈ। ਔਰ ਜਿਹੜੀਆਂ ਖਬਰਾਂ ਆਈਆਂ ਹੈ ਕਿ ਪਹਿਲਾਂ ਇਹਨਾਂ ਲੋਕਾਂ ਨੇ ਉੱਥੇ ਗੋਲੀਆਂ ਚਲਾਈਆਂ ਔਰ ਉਸ ਤੋਂ ਬਾਅਦ ਇਹਨਾਂ ਨੇ ਜਿਹੜੀਆਂ ਗੱਡੀਆਂ ਬੰਦਿਆਂ ਤੇ ਚੜਾਤੀਆਂ, ਜਿਹੜੇ ਕਿ ਜੋ ਸ਼ੋਅ ਕਰਦਾ ਕਿ ਪੂਰੀ ਤਰ੍ਹਾਂ ਇੱਕ ਪਲਾਨਡ ਤਰੀਕੇ ਨਾਲ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਇਹ ਹੋਇਆ ਹੈਗਾ। ਤੇ ਮੈਂ ਹੁਣੇ ਥੋੜੀ ਦੇਰ ਪਹਿਲਾਂ ਅਜੇ ਮਿਸ਼ਰਾ ਜੀ ਦਾ ਬਿਆਨ ਸੁਣ ਰਿਹਾ ਸੀ YouTube ਤੇ, 12-13 ਮਿੰਟ ਦਾ ਉਹ ਬਿਆਨ ਹੈ। ਉਸ ਵਿੱਚ ਉਹ ਸਿਰਫ ਤੇ ਸਿਰਫ ਆਪਣੇ ਬੰਦਿਆਂ ਤੇ ਆਪਣੇ ਬੇਟੇ ਨੂੰ ਡਿਫੈਂਡ ਕਰਦੇ ਨਜ਼ਰ ਆਏ। ਉਹਨਾਂ ਨੇ ਇੱਕ ਦੇਸ਼ ਦੇ ਸਟੇਟ ਮਿਨਿਸਟਰ ਆਫ ਸਟੇਟ ਫॉर ਹੋਮ, ਰਾਜ ਗ੍ਰਹਿ ਮੰਤਰੀ ਦੇ ਨਾਤੇ ਜਿਹੜਾ ਕੋਈ ਜ਼ਿੰਮੇਵਾਰ ਸਟੇਟਮੈਂਟ ਨਹੀਂ ਦਿੱਤੀ ਕਿ ਭਾਈ ਜਿਹੜਾ ਵੀ ਕੋਈ ਦੋਸ਼ੀ ਹੋਏਗਾ ਉਸ ਨੂੰ ਸਜ਼ਾ ਹੋਣੀ ਚਾਹੀਦੀ ਹੈ, ਉਸ ਤੇ ਕਾਰਵਾਈ ਹੋਣੀ ਚਾਹੀਦੀ ਹੈ, ਚਾਹੇ ਉਹ ਮੇਰਾ ਬੇਟਾ ਹੀ ਕਿਉਂ ਨਾ ਹੋਏ। ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਸੀ। ਉਹ ਸਿਰਫ ਤੇ ਸਿਰਫ ਆਪਣੇ ਲੋਕਾਂ ਨੂੰ ਤੇ ਆਪਣੇ ਬੇਟੇ ਨੂੰ ਡਿਫੈਂਡ ਕਰ ਰਹੇ ਸੀ। ਤਾਂ ਇਹਦੇ ਨਾਲ ਮੈਂ ਸਮਝਦਾ ਕਿ ਉਹ ਆਪਣੇ ਆਪ ਨੂੰ ਪਾਰਟੀ ਬਣਾ ਗਏ ਇਸ ਕੇਸ ਵਿੱਚ। ਸੋ ਉਹਨਾਂ ਦੇ ਗੱਦੀ ਤੇ ਬੈਠਿਆ ਹੋਇਆ, ਮਿਨਿਸਟਰੀ ਵਿੱਚ ਹੁੰਦਿਆਂ ਹੋਇਆ ਕਿਸੇ ਵੀ ਤਰ੍ਹਾਂ ਦਾ ਇਨਸਾਫ ਹੋਣ ਦੀ ਉਮੀਦ ਨਹੀਂ ਰਹਿ ਗਈ। ਸੋ ਸਭ ਤੋਂ ਪਹਿਲਾਂ ਤਾਂ ਸਰਕਾਰ ਨੂੰ ਉਹਨਾਂ ਤੋਂ ਇਸਤੀਫਾ ਲੈਣਾ ਚਾਹੀਦਾ ਹੈ। ਔਰ ਕਿਉਂਕਿ ਉਹ ਵੀ
ਬਹੁਤ ਹੀ ਭੜਕਾਊ ਬਿਆਨ ਦਿੰਦੇ ਰਹੇ ਨੇ। ਹਜੇ 24 ਘੰਟੇ ਨਹੀਂ ਹੋਏ ਉਹਨਾਂ ਨੇ ਬਿਆਨ ਦਿੱਤਾ ਸੀ ਕਿ ਅਸੀਂ 2 ਮਿੰਟ ਵਿੱਚ ਇਹਨਾਂ ਨੂੰ ਸਬਕ ਸਿਖਾ ਦੇਵਾਂਗੇ। ਸੋ ਕਿਧਰੇ ਨਾ ਕਿਧਰੇ ਉਹਨਾਂ ਦੀ ਆਪਣੀ ਵੀ ਇਨਵੋਲਵਮੈਂਟ ਹੈਗੀ ਹੈ, ਉਹਨਾਂ ਦਾ ਨਾਮ ਵੀ FIR ਵਿੱਚ ਆਣਾ ਚਾਹੀਦਾ ਹੈ। ਔਰ ਆਮ ਆਦਮੀ ਪਾਰਟੀ ਡਿਮਾਂਡ ਕਰਦੀ ਹੈ, ਮੰਗ ਕਰਦੀ ਹੈ ਕਿ ਸੁਪਰੀਮ ਕੋਰਟ ਦੇ ਸਿਟਿੰਗ ਜੱਜ ਵੱਲੋਂ ਜਿਹੜਾ, ਕਿਉਂਕਿ ਉਹ ਕੇਂਦਰੀ ਮੰਤਰੀ ਹੈਗੇ ਹੈ, ਤਾਂ ਸੁਪਰੀਮ ਕੋਰਟ ਤੋਂ ਥੱਲੇ ਕੋਈ ਕਾਰਵਾਈ ਨਹੀਂ ਹੋਣੀ ਚਾਹੀਦੀ। ਸੁਪਰੀਮ ਕੋਰਟ ਦੇ ਸਿਟਿੰਗ ਜੱਜ ਵੱਲੋਂ ਇਸ ਦੀ ਜਿਹੜੀ ਹੈ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ। ਔਰ ਜਿਹੜਾ ਇਹਨਾਂ ਨੇ ਇਹ 45 ਲੱਖ ਦਾ ਮੁਆਵਜ਼ਾ ਕਿਹਾ ਹੈਗਾ, ਦੇਖੋ ਜਾਨ ਦੀ ਕੋਈ ਕੀਮਤ ਨਹੀਂ ਹੁੰਦੀ। ਇਹ ਹੁਣ ਅੱਗ ਲਾ ਕੇ ਉਸ ਤੇ ਪਾਣੀ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਿਵੇਂ ਅੰਮ੍ਰਿਤ ਜੀ ਨੇ ਕਿਹਾ ਕਿ ਵੀ ਜਿਹੜੇ ਘਰ ਦਾ ਜੀ ਚਲਾ ਗਿਆ ਉਹੀ ਜਾਣਦਾ ਕਿ ਵੀ ਕਿੰਨਾ ਵੱਡਾ ਨੁਕਸਾਨ ਹੈ ਉਹਨਾਂ ਦਾ। ਬਿਲਕੁਲ। ਸੋ ਇਹ ਜਿਹੜੇ ਸਾਡੇ ਕਿਸਾਨ ਇੱਥੇ ਸ਼ਹੀਦ ਹੋਏ ਨੇ, ਇਹ ਕੱਲ ਆਪਣੀ ਲੜਾਈ ਨਹੀਂ ਲੜ ਰਹੇ, ਪੂਰੇ ਸਮਾਜ ਦੀ ਲੜਾਈ ਲੜ ਰਹੇ ਨੇ। ਮੈਂ ਸਮਝਦਾ ਕਿ ਇਹਨਾਂ ਨੂੰ ਜੋ ਸ਼ਹੀਦਾਂ ਦੇ ਪਰਿਵਾਰਾਂ ਨੂੰ ਜੋ ਮੁਆਵਜ਼ਾ ਮਿਲਦਾ ਹੈਗਾ, ਆਮ ਤੌਰ ਤੇ ਜਿਵੇਂ 1 ਕਰੋੜ ਰੁਪਇਆ ਮਿਲਦਾ ਹੈਗਾ, ਨਾਲ ਨੌਕਰੀ ਮਿਲਦੀ ਹੈਗੀ ਹੈ, ਕੁਛ ਨਾ ਕੁਛ ਇਸ ਤਰ੍ਹਾਂ ਦਾ ਮਿਲਣਾ ਚਾਹੀਦਾ। ਔਰ ਇਹ ਜਿਹੜੇ ਲੋਕਾਂ ਨੇ ਹਰਕਤ ਕੀਤੀ ਹੈ ਉਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ, ਤਾਂ ਕਿ ਸਮਾਜ ਵਿੱਚ ਇੱਕ ਸੰਦੇਸ਼ ਜਾ ਸਕੇ ਕਿ ਵੀ ਇਹੋ ਜਿਹੀਆਂ ਜਿਹੜੀਆਂ ਕਾਰਵਾਈਆਂ ਹੈਗੀਆਂ ਇੱਕ ਲੋਕਤੰਤਰਿਕ ਦੇਸ਼ ਵਿੱਚ ਜਿਹੜੀਆਂ ਉਹ ਮਨਜ਼ੂਰ ਨਹੀਂ ਹੈਗੀਆਂ, ਤਾਂ ਕਿ ਦੁਬਾਰਾ ਤੋਂ ਚਾਹੇ ਕੋਈ ਸੱਤਾ ਵਿੱਚ ਹੈ ਚਾਹੇ ਨਹੀਂ ਹੈ, ਇਹੋ ਜਿਹੀ ਹਰਕਤ ਕਰਨ ਦੀ ਕੋਸ਼ਿਸ਼ ਨਾ ਕਰੇ। ਚਲੋ ਮੈਂ ਦੁਬਾਰਾ ਆਉਂਗਾ ਸਰ। ਅਕਾਲੀ ਦਲ ਦੇ ਬੁਲਾਰੇ ਸਾਡੇ ਨਾਲ ਜੁੜੇ ਹੋਏ ਮੋਗਾ ਤੋਂ ਮਨਜੀਤ ਸਿੰਘ ਜੀ, ਅਸੀਂ ਉਹਨਾਂ ਨਾਲ ਗੱਲ ਕਰਦੇ ਹਾਂ। ਮਨਜੀਤ ਸਿੰਘ ਜੀ, ਕੀ ਲੱਗਦਾ ਜਿਹੜੀ ਜਾਂਚ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ, ਉਹ ਜਾਂਚ ਕੀ ਅਸਲੀ ਦੋਸ਼ੀਆਂ ਨੂੰ ਸਜ਼ਾ ਮਿਲ ਪਾਊਗੀ ਜਾਂ ਬਚਾ ਲਿਆ ਜਾਊਗਾ? ਅਵਿਨਾਸ਼ ਜੀ, ਵੱਡੀ ਗੱਲ ਤਾਂ ਇਹ ਆ ਜੀ, ਜੋ ਵੀ ਕੰਮ ਹੋਇਆ ਬਹੁਤ ਮਾੜਾ ਹੋਇਆ, ਨਿੰਦਣਯੋਗ ਆ ਉਹ। ਪੰਜਾਬ ਦੇ ਵਿੱਚ ਵੀ ਬੜੀ ਥਾਂ ਤੇ ਵੱਡੇ ਵੱਡੇ ਧਰਨੇ ਲੱਗਣੇ ਸ਼ੁਰੂ ਹੋ ਗਏ ਆ। ਜਿਹੜੇ ਦੋਸ਼ੀ ਆ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਆ। ਮੋਦੀ ਸਾਹਿਬ ਜੇ ਆਪਦੀ ਆਈ ਤੇ ਆ ਜਾਣ, ਸਹੀ ਫੈਸਲਾ ਲੈ ਲੈਣ, ਤਾਂ ਜਿਹੜੇ ਬੰਦੇ ਨੇ ਇਹ ਕੰਮ ਕੀਤਾ, ਉਹਨਾਂ ਸਾਡੇ ਬੰਦਿਆਂ ਦੇ ਉੱਤੇ ਗੱਡੀਆਂ ਚੜਾਈਆਂ ਉਹਨਾਂ ਨੇ, ਤੇ 5 ਮਿੰਟ ਦੇ ਵਿੱਚ ਫੜ ਸਕਦੇ ਆ। ਇੰਨੀਆਂ ਵੱਡੀਆਂ ਏਜੰਸੀਆਂ ਬੈਠੀਆਂ ਉੱਥੇ ਤੇ ਉਹ ਬੰਦਾ ਹਜੇ ਤੱਕ ਫੜਿਆ ਨਾ ਜਾਵੇ, ਬਹੁਤ ਮਾੜੀ ਗੱਲ ਆ। ਇਹ BJP ਦੇ ਸਾਰੇ ਲੀਡਰ ਇਹ ਟੋਟਲ ਨਾਲ ਰਲੇ ਹੋਏ ਆ। ਸਾਰਾ ਕੁਝ ਇਹਨਾਂ ਨੂੰ ਪਤਾ, ਉਹ ਕਿੱਥੇ ਬੈਠੇ ਆ, ਕਿਹੜੀ ਜਗ੍ਹਾ ਤੇ ਬੈਠੇ ਆ। ਇਹਨਾਂ ਨੇ ਕਰਨਾ ਕੀ ਆ, ਗੋਂਗਲੂਆਂ ਤੋਂ ਮਿੱਟੀ ਝਾੜਨ ਦੇ ਖਾਤਰ ਹੁਣ ਪੈਸੇ ਦੇਣ ਦੀ ਗੱਲ ਕੀਤੀ ਇਹਨਾਂ ਨੇ, 45 ਲੱਖ ਰੁਪਈਆ। ਪਰ 45 ਲੱਖ ਰੁਪਈਏ ਨਾਲ ਉਹ ਜਿਹੜੀ ਮਾਂ ਘਰੇ ਬੈਠੀ ਆਪਦੇ ਬੱਚਿਆਂ ਨੂੰ ਢੀਕ ਰਹੀ ਆ, ਭੈਣ ਆਪਦੇ ਭਰਾ ਨੂੰ ਢੀਕ ਰਹੀ ਆ, ਉਹ ਹੱਲ ਨਹੀਂ ਹੋਣਾਗਾ। ਉਹਨਾਂ ਦੇ ਘਰਾਂ 'ਚ ਜਾ ਕੇ ਦੇਖਣ ਕਿਵੇਂ ਆਉਣ ਵਾਲੀ ਆ ਦੀਵਾਲੀ, ਉਹਨਾਂ ਦੇ ਘਰੇ ਬੁਰਾ ਹਾਲ ਹੋਇਆ ਪਿਆ ਵਾ। ਇਸ ਕਰਕੇ ਸਾਡੀ ਤਾਂ ਬੇਨਤੀ ਆ ਕਿ ਜਿਹੜੀ ਕਾਂਗਰਸ ਸਰਕਾਰ ਆ ਉਹ ਵੀ ਕੋਈ ਰਾਜਨੀਤੀ ਨਾ ਕਰੇ। ਸੋਨੀਆ ਗਾਂਧੀ, ਪ੍ਰਿੰਕਾ ਗਾਂਧੀ ਉੱਥੇ ਜਾਂਦੇ ਆ, ਫਿਰ ਮੁੜ ਕੇ ਉਹਨਾਂ ਨੂੰ ਅੰਦਰ ਦੇ ਦਿੰਦੇ, ਉੱਥੇ ਝਾੜੂ ਮਾਰੀ ਜਾਂਦੀ ਆ। ਇਹ ਸਭ ਰਾਜਨੀਤਿਕ ਰੋਟੀਆਂ ਸੇਕੀ ਜਾਂਦੇ ਆ, ਕਿਸਾਨਾਂ ਦੀ ਬਾਹ ਨਹੀਂ ਫੜਦੇ ਪਏ। ਇਹਨਾਂ ਨੂੰ ਕਿਸਾਨਾਂ ਦੀ ਬਾਹ ਫੜਨੀ ਚਾਹੀਦੀ ਆ। ਆਪਦੇ ਪੰਜਾਬ ਦਾ, ਸਾਡੇ ਦਾ ਮਾਹੌਲ ਬੜਾ ਖਰਾਬ ਹੋਇਆ ਪਿਆ। ਅਵਿਨਾਸ਼ ਜੀ, ਜੇ ਤੁਸੀਂ ਮਨਜੀਤ ਜੀ ਦੁਬਾਰਾ ਆਉਂਗਾ ਤੁਹਾਡੇ ਕੋਲ। ਕਿਸਾਨ ਆਗੂ ਗੁਰਧਿਆਨ ਜੀ ਜੁੜੇ ਹੋਏ ਆ। ਗੁਰਧਿਆਨ ਜੀ, ਲੱਗਦਾ ਵੀ ਜਾਂਚ ਜਿਹੜੇ ਅਸਲੀ ਦੋਸ਼ੀ ਹੈ ਉਹਨਾਂ ਨੂੰ ਸਜ਼ਾ ਹੋ ਪਾਊਗੀ? ਕਿਉਂਕਿ ਮੰਤਰੀ ਦਾ ਬੇਟਾ ਹੈਗਾ ਇਨਵੋਲਵ, ਲੱਗਦਾ ਨਹੀਂ ਵੀ ਮੰਤਰੀ ਦੇ ਬੇਟੇ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਹ ਤਾਂ ਹੈ ਨਹੀਂ ਸੀ, ਉਹ ਤਾਂ ਮੌਜੂਦ ਨਹੀਂ ਸੀ। ਕਿਸਾਨਾਂ ਨੂੰ ਕੀ ਉਮੀਦ ਹੈ, ਕਿਸਾਨ ਕੀ ਮੰਨਦੇ ਆ ਵੀ ਵਾਕਈ ਦੋਸ਼ੀਆਂ ਦੇ ਉੱਪਰ ਕਾਰਵਾਈ ਹੋਊਗੀ ਕਿ ਨਹੀਂ? ਅਵਿਨਾਸ਼ ਜੀ, ਜਿਹੜਾ BJP ਸਰਕਾਰ ਦਾ ਜਾਂ ਭਾਰਤ ਦਾ ਲੋਕਤੰਤਰ ਦਾ ਘਾਣ ਹੋ ਰਿਹਾ, ਤਾਂ ਅੱਜ ਕੱਲ ਕਲੀਅਰ ਹੋ ਗਈ ਵੀ ਜਿੰਨੇ ਵੀ ਕਾਨੂੰਨ ਜਿਹੋ ਜਿਹੇ ਮਰਜ਼ੀ ਜ਼ਿਆਦਾ ਮਰਜ਼ੀ ਬਣਾਉਣ, ਜਿਹੜੇ ਹੈ ਕਾਰਪੋਰੇਟ ਨੇ, ਤਾਕੜੇ ਲੋਕ ਨੇ ਜਾਂ ਪੋਲੀਟੀਕਲ ਲੋਕ ਨੇ। ਦੇਖੋ, ਕਾਨੂੰਨ ਦੀ ਜਿਹੜੀ ਵਿਵਸਥਾ BJP ਨੇ ਕਹਿਤਾ, ਇੱਕ ਪਾਸੇ ਪੈਸਿਆਂ ਦਾ ਐਲਾਨ ਕਰਤਿਆ, ਉਹਦੇ ਵਿੱਚ ਜਿਹੜੇ ਕਿਸਾਨ ਸ਼ਹੀਦ ਹੋਣੇ, ਸਭ ਤੋਂ ਘੱਟ ਉਮਰ ਦਾ ਮੁੰਡਾ 19 ਸਾਲ ਦਾ ਗੁਰਪਿੰਦਰ ਸਿੰਘ, ਕੋਈ ਇੱਕ 20 ਸਾਲ ਦਾ, 35 ਸਾਲ ਦਾ। ਚਲੋ ਜਿਹੜੀਆਂ ਇਹ ਉਮਰਾਂ ਨੇ, ਜਿਹੜੇ 19 ਸਾਲ ਦੇ ਬੱਚਾ ਹਾਲੇ ਬੱਚਿਆਂ 'ਚ ਆਉਂਦੇ ਨੇ, ਉਹਨਾਂ ਦੇ ਕਾਤਲਾਂ ਨੂੰ BJP ਸਰਕਾਰ ਕਿਹੜੇ ਉਹਦੇ ਨਾਲ ਦੇਖ ਰਹੀ ਆ? ਮਤਲਬ ਇੱਥੇ ਮੈਨੂੰ ਐਂ ਲੱਗਦਾ ਸੀ ਪਹਿਲਾਂ ਵੀ ਆਪਣੇ ਬੱਚੇ ਬਾਹਰ ਕਿਉਂ ਜਾ ਰਹੇ ਨੇ, ਪਰ ਅੱਜ ਆਹ ਗੱਲ ਕਲੀਅਰ ਹੋ ਗਈ ਵੀ ਜਿਹੜੇ ਭਾਰਤ ਦੇ ਵਿੱਚ ਪੈਸੇ ਨੂੰ ਵੱਧ ਅਹਿਮੀਅਤ ਦੇਈ ਜਾ ਰਹੀ ਹੈ, ਬੰਦੇ ਦਾ ਕੋਈ ਮੁੱਲ ਨਹੀਂ ਹੈਗਾ। 10 ਮਾਰੋ 20 ਮਾਰੋ, ਠੀਕ ਆ। ਜਿਹੜੇ ਕਾਰਪੋਰੇਟ ਤਾਕੜੇ ਲੋਕ ਨੇ, ਬੰਦੇ ਦੀ ਤਾਂ ਕੋਈ ਕਦਰ ਹੀ ਨਹੀਂ ਹੈਗੀ। ਅੱਜ ਤਾਂ ਸਿੱਧੀ ਸਾਫ਼ ਗੱਲ ਹੋ ਗਈ ਮੋਦੀ ਸਰਕਾਰ ਦੀ, BJP ਸਰਕਾਰ ਦੀ, ਵੀ ਇਹੋ ਜਿਹਾ ਘਾਣ ਰਾਜ ਉਹ ਪੈਦਾ ਹੋ ਗਿਆ, ਜਿਹਦੇ ਵਿੱਚ ਕੋਈ ਸੁਣਵਾਈ ਨਹੀਂ, ਕੋਈ ਕੁਛ ਨਹੀਂ, ਸਿੱਧਾ ਪੈਸੇ ਨਾਲ ਤੋਲ ਰਹੇ ਲੋਕਾਂ ਨੂੰ।
ਅਵਨਾਸ਼ ਜੇ ਇਹ ਹਾਲਾਤ ਆ ਰਹੇ ਨੇ, ਜਿਵੇਂ ਜਿਹੜੇ 80% ਲੋਕ ਵਿਚਾਰੇ ਕਿਸ਼ਤੀ ਮਿਹਨਤੀ ਲੋਕ ਨੇ, ਉਹਨਾਂ ਦਾ ਕੀ ਬਣੂਗਾ? ਸਿਰਫ 10-20% ਲੋਕ ਨੇ ਉਹਨਾਂ ਨੂੰ ਬਚਾਉਣ ਵਾਸਤੇ। ਜਿਵੇਂ ਹੁਣ ਕੇਂਦਰੀ ਮੰਤਰੀ ਆ ਰਾਜ ਦਾ ਲਖਮੀਰਪੁਰ ਚ, ਦੱਸੋ ਆਪਣੇ ਬੱਚਿਆਂ ਨੂੰ, ਜੇ ਕਿਸੇ ਬੱਚੇ ਨਾਲ ਹੋਰ ਹੁੰਦਾ, ਜਦ ਕਿ ਇਹਨਾਂ ਨੂੰ ਆਹ ਚਾਹੀਦਾ ਜਿਹੜੀ ਕਾਨੂੰਨ ਦੀ ਵਿਵਸਥਾ ਉਹ ਕਾਇਮ ਰੱਖਣ ਵਾਸਤੇ ਸਖਤ ਤੋਂ ਸਖਤ ਕਦਮ ਚੱਕਣੇ ਚਾਹੀਦੇ ਨੇ। ਉਹਦੇ ਵਿੱਚ ਕੋਈ ਊਚ ਨਹੀਂ ਨੀਚ ਨਹੀਂ ਦੇਖਣੀ, ਜਾਤ ਪਾਤ ਨਹੀਂ ਦੇਖਣਾ ਚਾਹੀਦਾ, ਵੀ ਕਾਨੂੰਨ ਸਾਰਿਆਂ ਵਾਸਤੇ ਇਕਸਾਰ ਹੋਣਾ ਚਾਹੀਦਾ, ਚਾਹੇ ਉਹ ਮੰਤਰੀ ਦਾ ਬੇਟਾ ਜਾਂ ਕਿਸੇ ਗਰੀਬ ਮਜ਼ਦੂਰ ਦਾ ਬੇਟਾ। ਸੋ ਤਾਂ ਕਰਕੇ ਅਵਨਾਸ਼ ਜੀ, ਜਿਹੜੀ ਭਾਰਤ ਦੀ ਅਰਥ ਵਿਵਸਥਾ, ਜਿਵੇਂ ਲੋਕਾਂ ਨੂੰ ਇੱਕ ਕਾਨੂੰਨ ਪੱਧਰ ਭਰੋਸਾ ਉੱਠ ਗਿਆ, ਜਿਹੜਾ ਇਹ ਕਹਿ ਰਹੇ ਨੇ, ਜਦੋਂ ਸਾਰੇ ਸੰਯੁਕਤ ਮੋਰਚੇ ਦੇ ਵਿੱਚ 2 ਮੈਂਬਰ ਮੈਂਬਰ ਸੀ ਜਿਨ੍ਹਾਂ ਨੇ ਸਾਫ਼ ਤੌਰ ਤੇ ਘਟਨਾ ਦੇਖੀ ਆ, ਜਿਹਦੇ ਵਿੱਚ ਉਹਨਾਂ ਨੇ ਸਾਫ਼ ਬਿਆਨ ਕਰਿਆ ਵੀ ਇਹ ਬੰਦੇ ਤੇ, ਉਹ ਤੋਂ ਬਾਅਦ ਕੀ ਗੱਲ ਰਹਿ ਗਈ ਵੀ ਅਜੇ ਉੱਥੇ ਹੈ ਨਹੀਂ ਸੀ, ਅਜੇ ਟਿੱਕੀ ਮੰਤਰੀ ਸਾਹਿਬ ਦਾ ਬੇਟਾ। ਸਾਫ਼ ਤਾਂ ਗੱਲ ਕਲੀਅਰ ਹੋ ਲਈ, ਸਾਰੇ ਟੀਵੀ ਸਾਰਿਆਂ ਵਿੱਚ, ਉਹ ਤੋਂ ਵੱਡਾ ਸਬੂਤ ਕੀ ਚਾਹੀਦਾ? ਤਾਂ ਕਰਕੇ ਅਵਨਾਸ਼ ਜੀ, ਜਿਹੜੀ ਭਾਰਤ ਦੀ ਕਾਨੂੰਨ ਦੀ ਵਿਵਸਥਾ ਜਾਂ ਲੋਕਤੰਤਰ ਰਾਜ ਆਪਾਂ ਕਹਿ ਨਹੀਂ ਸਕਦੇ, ਆਹ ਤਾਂ ਸਾਮਰਾਜਵਾਦੀ ਰਾਜ ਆ, ਕਾਰਪੋਰੇਟ ਘਰਾਣੇ ਦਾ ਰਾਜ ਆ, ਇਹਦੇ ਵਿੱਚ ਲੋਕਾਂ ਦਾ ਦਮ ਘੁੱਟਣ ਲੱਗ ਗਿਆ। ਬਿਲਕੁਲ ਬਿਲकुल। अमृत गिल जी तो ਆਪਾਂ ਸਵਾਲ ਲੈ ਲਿਆ। अमृत गिल जी, ਉਮੀਦ ਕੀ ਜਤਾਈ ਜਾ ਰਹੀ ਹੈ? ਜਾਂਚ ਦੀ ਗੱਲਾਂ ਤਾਂ ਹੋ ਗਈਆਂ ਜੀ, ਕਮੇਟੀ ਬਿਠਾ ਦਾਂਗੇ, ਜਾਂਚ ਕਰਾਂਗੇ, ਦੋਸ਼ੀ ਜਲਦ ਗ੍ਰਿਫਤ 'ਚ ਹੋਣਗੇ। ਲੱਗਦਾ ਹੈ ਵਾਕਈ 'ਚ ਜਿਹੜੇ ਅਸਲੀ ਦੋਸ਼ੀ ਹੈ, ਜਿਨ੍ਹਾਂ ਨੇ ਘਟਨਾ ਨੂੰ ਅੰਜਾਮ ਦਿਆ, ਵੀ ਉਹ ਵਾਕਈ ਹੀ ਸਲਾਖਾਂ ਦੇ ਪਿੱਛੇ ਹੋਣਗੇ। ਦੇਖੋ, ਮੈਂ ਇੱਕ ਚੀਜ਼ ਕਹਿਣਾ ਚਾਹੂੰਗੀ, ਜਿਹੜੀ ਕੱਲ ਦੀ ਘਟਨਾ ਹੈ ਕਿ ਵਿਨਾਸ਼ ਕਾਲੇ ਵਿਪਰੀਤ ਬੁੱਧੀ। ਜਦੋਂ ਤੁਹਾਡਾ ਮਾੜਾ ਸਮਾਂ ਆਉਂਦਾ ਹੈ ਨਾ, ਬੀਜੇਪੀ ਦਾ ਮਾੜਾ ਸਮਾਂ 3 ਕਾਲੇ ਕਾਨੂੰਨਾਂ ਦੇ ਨਾਲ ਹੀ ਸ਼ੁਰੂ ਹੋ ਗਿਆ ਸੀਗਾ। ਜਦੋਂ ਇਹਨਾਂ ਨੇ 3 ਕਾਲੇ ਕਾਨੂੰਨ ਲਿਆਂਦੇ, ਹੁਣ ਤਾਂ ਇਹ ਸਾਰਾ ਕੁਝ ਜੋ ਹੈ ਇਹਨਾਂ ਦੀ ਬੌਖਲਾਹਟ ਦੱਸਦੀ ਹੈ। ਔਰ ਸਿਆਸੀ ਤੌਰ ਤੇ ਜੇ ਮੈਂ ਕਹਾਂ ਵੀ ਕੱਲ ਦੇ ਜੋ ਘਟਨਾਕ੍ਰਮ ਸੀਗਾ, ਇਹਦੇ ਨਾਲ ਬੀਜੇਪੀ ਨੇ ਆਪਣਾ 5 ਤੋਂ 7% ਵੋਟ ਬੈਂਕ, ਵੋਟ ਸ਼ੇਅਰ यूपी चो लूज करता है, ਜਿਹਦਾ ਕਿ ਇਹ ਲੋਕ ਕੰਪਨਸੇਸ਼ਨ ਵੀ ਹੋਰ ਬਹੁਤ ਜ਼ਿਆਦਾ ਨਾ ਆਵੇ, ਵੀ ਆਪਾਂ ਕਿਸਾਨਾਂ ਨੂੰ ਦਬਾ ਲਈਏ, ਪੈਸੇ ਦੇ ਦਈਏ, ਪੈਸਿਆਂ ਦੇ ਲਾਲਚ ਦੇ ਨਾਲ ਆਪਾਂ ਇਸ ਜਿਹੜਾ ਨਿੰਦਨੀय ਘਟਨਾ ਹੋਈ ਹੈ ਇਹਨੂੰ ਦਬਾ ਲਈਏ। ਪਰ ਮੈਂ ਪੁੱਛਣਾ ਚਾਹੁੰਦੀ ਹਾਂ ਕਿ ਜੇ ਉਹ ਆਮ ਕਿਸਾਨਾਂ ਦੇ ਬੱਚੇ ਨਾ ਹੋ ਕੇ ਤੁਹਾਡੇ ਜਵਾਕ ਤੁਹਾਡੇ ਪਰਿਵਾਰਾਂ ਚੋਂ ਹੁੰਦੇ, ਔਰ ਉਸ ਤੋਂ ਅਮੀਰ ਕੋਈ ਬੰਦਾ 5-5 4-4 ਕਰੋੜ ਰੁਪਇਆ ਦੇ ਦਿੰਦਾ, ਕੀ ਤੁਸੀਂ ਇਨਸਾਫ ਦੀ ਮੰਗ ਨਾ ਕਰਦੇ? ਔਰ ਕਮੇਟੀ ਦਾ ਮਤਲਬ ਹੈ ਵੀ ਕੰਮ ਉੱਤੇ ਮਿੱਟੀ ਪਾ ਦੇਣਾ, ਉੱਥੇ ਜਾ ਕੇ ਛੇਤੀ ਤੋਂ ਛੇਤੀ ਜਾਂਚ ਕਰਕੇ ਪਤਾ ਹੈ, ਵਿਜ਼ੂਅਲਸ ਨੇ, ਵੀਡੀਓਜ਼ ਨੇ, ਵੀ ਕਿਹੜਾ ਬੰਦਾ ਪ੍ਰੈਜ਼ੈਂਟ ਸੀਗਾ, ਕਿਹਦੇ ਤੇ ਕਿਹੜੀ ਧਾਰਾ ਲਾਉਣੀ ਆ। ਪੁਲਿਸ ਜਾ ਕੇ 2 ਮਿੰਟ FIR ਕੱਟ ਕੇ ਉਹਨਾਂ ਨੂੰ ਸਲਾਖਾਂ ਦੇ ਪਿੱਛੇ ਕਰ ਸਕਦੀ ਹੈ, ਪਰ ਕਰੇਗਾ ਕੌਣ? ठीक है अमृत गिल जी, मैं दोबारा आऊंगा। मेजर RPS मल्होत्रा तो आप जवाब ले लिया। मल्होत्रा सर, गल करिए, लगता नहीं भी खाना पूरी इंटैलीजेंसी सरकार चाहे तो 5-10 मिनटा जी फड़ के अंदर कर दे, लगता नहीं भी मंत्री दे बेटा इस इन्वॉल्व है, इस करके बचाए जा रहे। हुण जांच की गल होगी, कमेटी गठित कर देंगे, लगता भी वाकई जांच दे विच जिहड़े असली आरोपी है उन्हां नूं सजा मिल पाऊगी, उन्हां नूं जेलां 'च सिੱਟਿਆ जाऊगा। ਵਿਨਾਸ਼ ਜੀ, ਸਾਡੇ ਦੇਸ਼ ਦਾ ਪਿਛਲੇ ਕੁਝ ਦਸ਼ਕਾਂ ਦਾ ਇਤਿਹਾਸ ਜੇ ਆਪਾਂ ਦੇਖੀਏ ਤਾਂ ਜਿੱਥੇ ਜਿੱਥੇ ਕੋਈ ਮੁੱਖ ਮੰਤਰੀ ਇਨਵੋਲਵ ਹੋਇਆ ਕ੍ਰਾਈਮ ਵਿੱਚ, ਜਾਂ ਉਹਦਾ ਕੋਈ ਮਿਨਿਸਟਰ ਇਨਵੋਲਵ ਹੋਇਆ, ਜਾਂ ਕੋਈ ਇਸ ਤਰ੍ਹਾਂ ਦਾ ਸੈਂਟਰਲ ਮਿਨਿਸਟਰ ਇਨਵੋਲਵ ਹੋਇਆ, ਉੱਥੇ ਕਦੀ ਵੀ ਉਹਨਾਂ ਦੇ ਖਿਲਾਫ ਜਾਂਚ ਨਹੀਂ ਗਈ। ਹਮੇਸ਼ਾ ਉਹਨਾਂ ਨੂੰ ਜਾਂ ਉਹਨਾਂ ਦੇ ਪਰਿਵਾਰ ਵਾਲਿਆਂ ਨੂੰ ਸਾਫ਼ ਕੱਢ ਦਿੱਤਾ ਗਿਆ। ਆਪਾਂ ਬੇਸ਼ੱਕ ਕੈਪਟਨ ਸਾਹਿਬ ਦੇ ਖਿਲਾਫ ਜਿਹੜੇ ਕੇਸ ਸੀ ਉਹ ਲੈ ਲਈਏ, ਬਾਦਲ ਸਾਹਿਬ ਦੇ ਖਿਲਾਫ ਜਿਹੜੇ ਕੇਸ ਸੀ ਉਹ ਲੈ ਲਈਏ, ਧਰਮਸੋਤ ਸਾਹਿਬ ਦੇ ਖਿਲਾਫ ਜਿਹੜੇ ਕੇਸ ਸੀ ਉਹ ਲੈ ਲਈਏ, ਰਾਣਾ ਗੁਰਜੀਤ ਸਿੰਘ ਦੇ ਖਿਲਾਫ ਸੀ ਜਿਹੜਾ ਕੇਸ ਉਹ ਲੈ ਲਈਏ, ਉੱਥੇ ਕਦੀ ਵੀ ਜਿਹੜਾ ਹੈ ਮੰਤਰੀ ਜਾਂ ਉਹਦੇ ਪਰਿਵਾਰ ਵਾਲਾ ਜਿਹੜਾ ਹੈ ਉਹਨਾਂ ਦੇ ਖਿਲਾਫ ਕਦੀ ਜਾਂਚ ਜਾਂਦੀ ਨਹੀਂ। ਸੋ ਇੱਥੇ ਵੀ ਜੇ ਕੋਈ ਸੈਂਟਰਲ ਏਜੰਸੀ ਜਾਂਚ ਕਰਦੀ ਹੈ, ਚਾਹੇ ਜਾਂ ਸਟੇਟ ਏਜੰਸੀ ਜਾਂਚ ਕਰਦੀ ਹੈ, ਮੈਨੂੰ ਬਿਲਕੁਲ ਕੋਈ ਉਮੀਦ ਨਹੀਂ ਕਿ ਇੱਥੇ ਇਨਸਾਫ ਹੋਏਗਾ। ਇੱਥੇ ਸਿਰਫ ਤੇ ਸਿਰਫ ਜੇ ਸੁਪਰੀਮ ਕੋਰਟ ਦਾ ਸਿਟਿੰਗ ਜੱਜ ਜੇ ਸੁਪਰੀਮ ਕੋਰਟ ਦਾ ਸਿਟਿੰਗ ਜੱਜ ਜੇ ਜਾਂਚ ਕਰਦਾ ਹੈਗਾ ਤਾਂ ਹੀ ਇਨਸਾਫ ਦੀ ਉਮੀਦ ਕੀਤੀ ਜਾ ਸਕਦੀ ਹੈ, ਅਦਰਵਾइज ਇੱਥੇ ਇਨਸਾਫ ਨਹੀਂ ਮਿਲਦਾ। ठीक है सर, ठीक है, मैं दोबारा आऊंगा। अकाली दल के बुलारे मनजीत सिंह जुड़े। मनजीत सिंह जी, लगता है भी वाकई ही ਜਿਹੜੇ असली गुनाहगार है, जिन्हों ने किसान भरावां नूं शहीद किया है, उन्हां नूं सजा मिल पाऊगी?
ਮਨਜੀਤ ਸਿੰਘ ਜੀ ਬਿਲਕੁਲ ਆਵਾਜ਼ ਜੀ ਆ ਰਹੀ ਹੈ? ਬਿਲकुल ਹਾਂਜੀ 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 ਆਵਾਜ਼ ਆ ਰਹੀ ਹੈ ਅਵਿਨਾਸ਼ ਜੀ। ਅਵਿਨਾਸ਼ ਜੀ, ਜੀ ਜਵਾਬ ਬਿਲਕੁਲ ਸਹੀ ਗੱਲ ਆ ਤੁਹਾਡੀ। ਉਹਨਾਂ ਨੂੰ ਸਜ਼ਾ ਹੋਣੀ ਚਾਹੀਦੀ ਆ। 302 ਦਾ ਮੁਕੱਦਮਾ ਬਾਏ ਨੇਮ ਦਰਜ ਹੋਣਾ ਚਾਹੀਦਾ ਜੀ। ਜਿਹੜੇ ਠੀਕ। ਉਹਨਾਂ ਦੇ ਨਾਲ ਹੋਰ ਵੀ ਗੱਡੀਆਂ ਸੀਗੀਆਂ ਉਹਨਾਂ ਬੰਦਿਆਂ ਤੇ ਵੀ ਨਾਲ ਹੁੱਲੜਬਾਜ਼ੀ ਦਾ ਪਰਚਾ ਦਰਜ ਵੀ ਹੋਣਾ ਚਾਹੀਦਾ ਜੀ। ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਆ, ਨਹੀਂ ਤਾਂ ਪੰਜਾਬ ਦਾ ਮਾਹੌਲ ਬਹੁਤ ਜ਼ਿਆਦਾ ਖਰਾਬ ਹੋ ਜਾਊਗਾ ਜੀ। ਠੀਕ ਹੈ ਮਨਜੀਤ ਜੀ, ਸਾਡੀ ਮੈਂ ਲਾਸਟ ਅੱਜ ਸਵਾਲ ਸਰਦਾਰ ਲੈਣਾ ਸੁਖਬੀਰ ਸਿੰਘ ਕਿਉਂਕਿ ਸਮੇਂ ਦੀ ਬਾਦਲ ਨੇ ਘਾਟ ਵੀ ਹੈ। ਮਨਜੀਤ ਜੀ ਲਾਸਟ ਅੱਜ ਸਵਾਲ ਸੁਖਬੀਰ ਗੁਰਧਿਆਨ ਜੀ ਨਾਲ ਕਰ ਲਈ ਆਪਾਂ। ਅੱਜ ਸਾਡੇ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਵੀ ਮਨਜੀਤ ਇਸ ਜੀ ਆਪਾਂ ਸੰਬੰਧ ਚ ਗੁਰਧਿਆਨ ਕੋਰ ਜੀ ਦਾ ਕਮੇਟੀ ਦੀ ਮੀਟਿੰਗ ਜਵਾਬ ਬੁਲਾਈ ਲੈ ਹੋਈ ਲਈਏ। ਹੈ ਜੀ। ਮਨਜੀਤ ਜੀ ਮੈਂ ਦੁਬਾਰਾ ਆਉਂਗਾ, ਲਾਸਟ ਸਵਾਲ ਹੈ, ਸਮੇਂ ਦੀ ਘਾਟ ਹੈ। ਗੁਰਧਿਆਨ ਜੀ ਕੀ ਲੱਗਦਾ ਹੁਣ ਕੀ ਉਮੀਦ ਹੈ? ਪੈਸਿਆਂ ਨਾਲ ਤਾਂ ਜਿਹੜਾ ਘਰ ਦਾ ਚਿਰਾਗ ਬੁਝ ਗਿਆ ਉਹਦਾ ਦੁਬਾਰਾ ਆਣਾ ਨਹੀਂ। ਘੱਟੋ ਘੱਟ ਇਹ ਚੀਜ਼ ਤਾਂ ਹੋਵੇ ਜਿਹੜੀ ਸਰਕਾਰ ਕਹਿ ਰਹੀ ਹੈ ਕਮੇਟੀ ਬਣਾ ਕੇ ਜਿਹੜੇ ਅਸਲੀ ਗੁਨਾਹਗਾਰ ਹੈ ਉਹਨਾਂ ਨੂੰ ਜੇਲ੍ਹਾਂ 'ਚ ਸਿੱਟਿਆ ਜਾਵੇ, ਉਹਨਾਂ ਤੇ ਕਾਰਵਾਈ ਹੋਵੇ। ਕਿਸਾਨਾਂ ਨੂੰ ਉਮੀਦ ਹੈ ਵੀ ਏਦਾਂ ਹੋ ਪਾਊਗਾ? ਦੇਖੋ ਜੀ, ਜਿਹੜਾ ਕਿਸਾਨ ਸੰਯੁਕਤ ਮੋਰਚਾ ਇੱਕ ਗਿਆਨ ਦਾ ਸਾਗਰ ਬਣ ਚੁੱਕਿਆ, ਉਹਦੇ ਨਾਲ ਬੱਚਾ ਜੁੜ ਚੁੱਕਿਆ। ਆਹ ਇਕੱਲੇ ਕੁਛ ਉਹ ਲੋਕਾਂ ਦੀ ਗੱਲ ਨਹੀਂ, ਗੱਲ ਅੱਜ ਜੇ 80% ਲੋਕਾਂ ਦੀ ਗੱਲ ਕਰਦੇ ਆ ਤਾਂ ਉਹ ਇਨਸਾਫ ਦੀ ਮੰਗ ਕਰ ਰਹੇ ਨੇ। ਔਰ ਮਤਲਬ ਦੂਜੇ ਪਾਸੇ ਜੇ ਆਪਾਂ ਕਹਾਂਗੇ ਸਰਕਾਰਾਂ ਨੂੰ ਵੀ 20% ਲੋਕਾਂ ਨੂੰ ਬਚਾਉਣ ਵਾਸਤੇ ਆਓ ਤਾਂ ਭਾਰਤ ਦਾ ਜਿਹੜਾ ਸੰਵਿਧਾਨ ਉਹ ਖਰਾਬ ਹੀ ਹੋਊਗਾ। ਕਿਉਂਕਿ ਜਿਵੇਂ ਰਾਸ਼ਟਰਵਾਦ ਕਹਿੰਦੇ ਨੇ ਨਾ ਵੀ ਖਰਾਬ ਕਰ, ਇਹਦਾ ਮਤਲਬ ਬੀਜੇਪੀ ਸਰਕਾਰ ਖਰਾਬ ਕਰਦੀ ਆ। ਪਰ ਲੋਕਾਂ ਨੂੰ ਇਨਸਾਫ ਦੀ ਡਿਮਾਂਡ ਜ਼ਰੂਰੀ ਆ, ਲੋਕ ਇਨਸਾਫ ਦੇਖਣਾ ਚਾਹੁੰਦੇ ਨੇ। ਸੋ ਇਸ ਕਰਕੇ ਕਿਸਾਨ ਸੰਯੁਕਤ ਮੋਰਚਾ ਤੋਂ ਮਿਹਨਤ ਕਰੋ ਜਦ ਤੱਕ ਇਹਨਾਂ ਨੂੰ ਮਤਲਬ ਕੋਈ ਸਜ਼ਾ ਮਿਲਦੀਆਂ ਨਹੀਂ ਹੈਗੀਆਂ। ਉਹ ਨਾਲ ਬੱਚਾ ਤੇ ਜੁੜਿਆ ਵਾ। ਆਹ ਇਕੱਲੇ ਕੁਛ ਬੰਦਿਆਂ ਦੀ ਗੱਲ, ਕਿਸਾਨਾਂ ਦੀ ਗੱਲ ਨਹੀਂ ਹੈਗੀ ਆ, ਇਨਸਾਫ ਦੀ ਗੱਲ ਆ। ਭਾਰਤ ਦਾ ਸੰਵਿਧਾਨ ਕੀ ਆ? ਭਾਰਤ ਇਨਸਾਫ ਦੀ ਗੱਲ, ਇਨਸਾਫ ਕਰਕੇ ਲੋਕ ਇਨਸਾਫ ਪਸੰਦ ਨੇ, ਚਾਹੁੰਦੇ ਨੇ ਵੀ ਮਤਲਬ ਲੋਕਾਂ ਕੋਲ ਜਿਹੜੇ ਕਾਰਪੋਰੇਟ ਘਰਾਣਿਆਂ ਦੇ ਹੱਕ 'ਚ ਖੜਦੇ ਨੇ ਜਾਂ ਪੈਸੇ ਨਾਲ ਲੋਕਾਂ ਨੂੰ ਤੋਲਦੇ ਨੇ, ਉਹਨਾਂ ਨੂੰ ਸਜ਼ਾਵਾਂ ਮਿਲਣੀਆਂ ਚਾਹੀਦੀਆਂ ਨੇ। ਠੀਕ ਹੈ ਗੁਰਧਿਆਨ ਜੀ, ਸਮਾਂ ਇਜਾਜ਼ਤ ਨਹੀਂ ਦਿੰਦਾ ਤਾਂ ਕਿਸਾਨ ਆਗੂ ਗੁਰਧਿਆਨ ਜੀ ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ ਅੱਜ ਦੀ ਡਿਬੇਟ 'ਚ ਜੁੜਨ ਲਈ। ਤੇ ਮੇਜਰ RPS ਮਲਹੋਤਰਾ ਆਮ ਆਦਮੀ ਪਾਰਟੀ ਦੇ ਬੁਲਾਰੇ ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ। ਤੇ ਕਾਂਗਰਸ ਪਾਰਟੀ ਤੋਂ ਅੰਮ੍ਰਿਤ ਗਿੱਲ ਜੀ ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ। ਸ਼੍ਰੋਮਣੀ ਅਕਾਲੀ ਦਲ ਤੋਂ ਜਿਹੜੇ ਮਨਜੀਤ ਸਿੰਘ ਜੀ ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ। ਸਮਾਂ ਇਜਾਜ਼ਤ ਨਹੀਂ ਦਿੰਦਾ, ਸਮੇਂ ਦੀ ਘਾਟ ਹੋਣ ਕਾਰਨ ਅੱਜ ਦੀ ਡਿਬੇਟ 'ਚ ਇੰਨਾ ਹੀ। ਖਬਰਾਂ ਦੇ ਲਈ ਤੁਸੀਂ ਦੇਖਦੇ ਰਹੋ ਇੰਡੀਆ ਨਿਊਜ਼। ਮੈਨੂੰ ਦਿਓ ਇਜਾਜ਼ਤ, ਧੰਨਵਾਦ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ।